सत श्री अकाल। न्यूज़ 18 पंजाब हरियाणा हिमाचल देख रहे दर्शकों का स्वागत। मैं हाँ अर्शदीप संधू। शुरुआत करते हैं अज के दिन की वड्डी खबर दे नाल। कणक की सरकारी खरीद तो पहला ही विवाद शुरू हो गया। पंजाब च होर सूबियां दी कणक नाल भरे ट्रक पहुंचे ने। बठिंडा ते रोपड़ च कई ट्राले फड़े गए ने। बठिंडा च स्थानक बीजेपी आगू ने ये ट्राले फड़े ने। कणक की खरीद नूं लैके कांग्रेस नेता ते इल्जाम भी लाए ने कि सस्ती कणक मंगवा के महंगी वेचण की कोशिश की जा रही है। ये इल्जाम लगाए ने बीजेपी आगू ने कांग्रेसी आगू दे उत्ते। बठिंडा दे विच रोपड़ च किसानां ने बाहरों आए कणक दे ट्राले घेरे ते ट्राले घेर के उत्थे ही धरना भी लाया। पंजाब च सरकारी खरीद कणक की सरकारी खरीद कल तो शुरू होनी है। उस तो पहला ही विवाद शुरू हो गया है। दूसरे सूबियां चों आई कणक फड़ी गई है कई जगह के उत्ते। बठिंडा ते रोपड़ की यह खबर तुहानूं दिखा रहे हैं। विजुअल्स तुसीं अपनी स्क्रीन के उत्ते देख सकते हो। बीजेपी आगू ने बठिंडा दे विच ट्राले फड़े ने ते कांग्रेसी नेता दे उत्ते इल्जाम लाए ने। जी कणक आई आ ये पता नहीं यूपी दी पता नहीं बिहार दी आ। कणक आई आ ये पता नहीं यूपी दी पता नहीं बिहार दी आ। ਇਹਦੇ ਨਾਲ ਜਿਹੜੀ ਦੂਰੀ ਲੁੱਟ ਹੋ ਰਹੀ ਆ। ਇੱਕ ਪਾਸੇ ਕਿਸਾਨ ਲੁੱਟਿਆ ਜਾ ਰਿਹਾ, ਦੂਜੇ ਪਾਸੇ ਜਿਹੜਾ ਖਪਤਕਾਰ ਆ ਉਹ ਜਿਹੜੀਆਂ ਮਿੱਲਾਂ ਨੇ ਆਟਾ ਬਣਾ ਕੇ ਵੇਚਣਾ ਉਹ ਇਹਨਾਂ ਨੇ ਖਪਤਕਾਰਾਂ ਦੀ ਲੁੱਟ ਕਰਨੀ ਆ। ਉਹਦਾ ਵਿਰੋਧ ਕਰਦੀਆਂ ਸਮੂਹ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜੀ। ਕਿੰਨੇ ਟਰੱਕ ਰੁਕੇ ਹੋਏ ਆ? ਇਹ ਟਰੱਕ ਅਣਗਿਣਤ ਹੈ ਜੀ 22 ਦੇ ਕਰੀਬ ਟਰੱਕਾਂ ਤੇ ਸਾਨੂੰ ਪਤਾ ਜੇ ਲੱਗਿਆ ਪਰ ਚਾਲੇ ਕਈ ਦਿਨ ਦੇ ਰਹੇ ਆ। ਬਾਹਰੋਂ ਆਈ ਕਣਕ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆਇਆ। ਡੀਜੀਐਮ ਕੁਲਦੀਪ ਬਰਾੜ ਅਨਾਜ ਮੰਡੀ ਪਹੁੰਚੇ ਨੇ। ਸੈਕਟਰੀ ਗੁਰਵਿੰਦਰ ਸਿੰਘ ਵੀ ਮੰਡੀ 'ਚ ਪਹੁੰਚੇ ਨੇ। ਟਰੱਕ ਤੋਂ ਉਤਾਰੀ ਕਣਕ ਨੂੰ ਚੈੱਕ ਕੀਤਾ ਗਿਆ ਤਾਂ ਇੱਕ ਵਾਰ ਪ੍ਰਸ਼ਾਸਨ ਵੀ ਇਸ ਤੋਂ ਬਾਅਦ ਹਰਕਤ ਦੇ ਵਿੱਚ ਆਇਆ। ਤੋਂ ਕਣਕ ਆਈ ਹੈ ਜੀ। ਇਹ ਬੰਦਾ ਜਿਹੜਾ ਲੈ ਕੇ ਆਇਆ ਉਹਨੂੰ ਅਸੀਂ ਉਹਨੇ ਦੇ ਵਿਰੁੱਧ FIR ਦਰਜ ਕਰਾਵਾਂਗੇ। ਇਹ ਕਣਕ ਫੜਕੀ ਦੇਖਦੇ ਆ ਵੀ ਕਿੱਥੋਂ ਆਈ ਹੈ, ਕਿਹਨੇ ਲਿਆਂਦੀ ਇਹ ਫਰਮ ਹੈ ਬਾਊ ਰਾਮ ਅਸ਼ੋਕ ਕੁਮਾਰ ਕੋਈ ਫਰਮ ਹੈ ਉਹਦੇ ਕਣਕ ਆਈ ਹੈ। 3 ਟਰੱਕ ਭਰੇ ਖੜੇ ਆ, ਬਾਕੀ ਆ ਲੱਥੀ ਖੜੀ ਹੈ। ਹੁਣ ਗੱਲ ਕਰਦੇ ਹਾਂ ਸਿੱਧੀ ਅਦਾਇਗੀ ਦੀ। ਅੱਜ ਸੀਐਮ ਨੂੰ ਮੰਤਰੀਆਂ ਦੀ ਕਮੇਟੀ ਰਿਪੋਰਟ ਦੇਵੇਗੀ। ਕੱਲ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਪੰਜਾਬ ਦੇ ਮੰਤਰੀ ਮਿਲੇ ਸੀ। ਕੇਂਦਰ ਨੇ ਆੜਤੀਆਂ ਦੇ ਜ਼ਰੀਏ ਪੇਮੈਂਟ ਦੀ ਮੰਗ ਨੂੰ ਠੁਕਰਾ ਦਿੱਤਾ ਹੈ ਤੇ ਮੰਤਰੀਆਂ ਦੀ ਰਿਪੋਰਟ ਤੋਂ ਬਾਅਦ ਅੱਜ ਕੈਪਟਨ ਅਮਰਿੰਦਰ ਸਿੰਘ ਆੜਤੀਆਂ ਨੂੰ ਮਿਲਣਗੇ। ਪੰਜਾਬ ਦੀਆਂ ਮੰਡੀਆਂ 'ਚ ਕੱਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਤਾਂ ਕੇਂਦਰ ਦੇ ਨਾਲ ਮੀਟਿੰਗ ਤੋਂ ਬਾਅਦ ਹੁਣ ਪੰਜਾਬ ਦੇ ਆੜਤੀਆਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਗੱਲਬਾਤ ਕਰਨਗੇ। सबसे बड़ा और सबसे जो वी फील की सबसे ज़रूरी था वो था जो गवर्नमेंट ऑफ इंडिया बोल रहे हैं कि डायरेक्ट ट्रांसफ़र टू बेनिफिशरी वो होना चाहिए। हमने उनको बोला था कि आप थोड़ा समा दे दें। हमारे जो एक कल्चरली पंजाब में जो आड़त का सिस्टम है तो गवर्नमेंट ऑफ इंडिया ने उसको सिरे से रद्द कर दिया कि इंटीग्रेशन ऑफ लैंड रिकॉर्ड्स जो लैंड रिकॉर्ड हैं वो भी ये PMFS सिस्टम के साथ जोड़े जाएं। तो हमारे कहने पे वो रजामंद हो गए हैं कि इसको हम इस सीजन के लिए ये इंसिस्ट नहीं करेंगे और जो पुराना सिस्टम है वही चलेगा। ਗੱਲ ਕਰਦੇ ਹਾਂ ਦਿੱਲੀ ਮੋਰਚੇ ਨਾਲ ਸੰਬੰਧਿਤ ਖਬਰ ਦੀ। ਲੱਖਾ ਸਿਧਾਣਾ ਅੱਜ ਦਿੱਲੀ ਨੂੰ ਕੂਚ ਕਰੇਗਾ। ਸੰਗਰੂਰ ਦੇ ਮਸਤੂਆਣਾ ਸਾਹਿਬ ਤੋਂ ਅੱਜ ਦਿੱਲੀ ਦੇ ਲਈ ਆਪਣੇ ਸਮਰਥਕਾਂ ਦੇ ਨਾਲ ਰਵਾਨਾ ਹੋਵੇਗਾ ਲੱਖਾ ਸਿਧਾਣਾ। ਕੱਲ KMP ਤੇ ਲੱਗਣ ਵਾਲੇ ਧਰਨੇ ਦੇ ਵਿੱਚ ਸ਼ਾਮਲ ਹੋਵੇਗਾ। ਕਿਸਾਨਾਂ ਦੇ ਵੱਲੋਂ KMP ਦੇ ਉੱਤੇ ਧਰਨਾ ਲਗਾਇਆ ਜਾਵੇਗਾ ਜਿਸ ਦੇ ਵਿੱਚ ਜਾ ਕੇ ਲੱਖਾ ਸਿਧਾਣਾ ਸ਼ਾਮਲ ਹੋਵੇਗਾ। ਆਪਣੇ ਸਮਰਥਕਾਂ ਦੇ ਨਾਲ ਅੱਜ ਸੰਗਰੂਰ ਤੋਂ ਦਿੱਲੀ ਦੇ ਲਈ ਕੂਚ ਕਰੇਗਾ। 26 ਜਨਵਰੀ ਹਿੰਸਾ ਦੇ ਮਾਮਲੇ 'ਚ ਮੁਲਜ਼ਮ ਹੈ ਲੱਖਾ। ਦਿੱਲੀ ਪੁਲਿਸ ਨੇ ਲੱਖੇ ਦੇ ਸਿਰ ਤੇ ਇਨਾਮ ਵੀ ਰੱਖਿਆ ਹੋਇਆ ਹੈ। ਹਾਲ ਹੀ 'ਚ ਕਿਸਾਨ ਆਗੂਆਂ ਨੇ ਕਲੀਨ ਚਿੱਟ ਦਿੱਤੀ ਸੀ। ਕਿਹਾ ਸੀ ਕਿ ਲੱਖਾ ਸਾਡੀ ਸਟੇਜ ਦੇ ਉੱਤੇ ਆਏਗਾ ਤੇ ਬੋਲੇਗਾ ਵੀ। ਤਰੀਕ ਨੂੰ ਜਿਹੜਾ KMP ਰੋਡ ਆ ਦਿੱਲੀ ਵਾਲਾ ਉਹਨੂੰ ਰੋਕਣ ਦਾ 24 ਘੰਟਿਆਂ ਦਾ ਸੱਦਾ ਜਿਹੜਾ ਦਿੱਤਾ ਗਿਆ ਉਹਦੇ ਸਬੰਧ 'ਚ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਸਾਨੂੰ ਵੱਡੀ ਗਿਣਤੀ ਦੇ ਵਿੱਚ ਦਿੱਲੀ ਪਹੁੰਚਣਾ ਚਾਹੀਦਾ। ਅਸੀਂ ਵੀ 9 ਤਰੀਕ ਨੂੰ ਮਸਤੂਆਣਾ ਸਾਹਿਬ ਤੋਂ ਸਮਾਂ ਤਕਰੀਬਨ 12 ਵਜੇ ਚੱਲਾਂਗੇ, ਦਿੱਲੀ ਨੂੰ ਚਾਲੇ ਪਾਵਾਂਗੇ। ਸਾਨੂੰ ਸਾਰੇ ਪੰਜਾਬੀ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਪਹੁੰਚੋ, ਕਿਉਂਕਿ ਜੇ ਅਸੀਂ ਸਮਝਦੇ ਹਾਂ ਕਿ ਇਹ
ਅੰਦੋਲਨ ਇਹ ਘੋਲ ਸਾਡਾ ਹੈ, ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੇ ਲਈ ਹੈ, ਸਾਡੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਹੈ, ਸਾਡੇ ਚੁੱਲ੍ਹਿਆਂ ਨੂੰ ਜਿਹੜਾ ਬਲਦਾ ਰੱਖਣ ਦੇ ਲਈ ਹੈ। ਤਾਂ ਪਰ ਹਰ ਪੰਜਾਬੀ ਦਾ ਫਰਜ਼ ਬਣਦਾ, ਚਾਹੇ ਉਹ ਮਜ਼ਦੂਰ ਆ, ਚਾਹੇ ਕਿਸਾਨ ਹੈ, ਚਾਹੇ ਕੋਈ ਦੁਕਾਨਦਾਰ, ਆੜ੍ਹਤੀਆ ਜਾਂ ਵਪਾਰੀ ਹੈ, ਕਿ ਸਾਰੇ ਵਰਗਾਂ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਆਪਾਂ ਉੱਥੇ ਜੁੜੀਏ। ਤਾਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਸਾਡੇ ਨਾਲ ਜੁੜੇ ਹੋਏ ਨੇ। ਸੰਗਰੂਰ ਮਸਤੂਆਣਾ ਸਾਹਿਬ ਤੋਂ ਸਾਡੇ ਸਹਿਯੋਗੀ ਰੋਹਿਤ ਬੰਸਲ ਵੀ ਸਾਡੇ ਨਾਲ ਜੁੜੇ ਹੋਏ ਨੇ। ਪਹਿਲਾਂ ਗੱਲ ਕਰਾਂਗੇ ਰੁਲਦੂ ਸਿੰਘ ਦੇ ਨਾਲ। ਰੁਲਦੂ ਜੀ, ਅੱਜ ਲੱਖਾ ਸਿਧਾਣਾ ਰਵਾਨਾ ਹੋ ਰਿਹਾ ਦਿੱਲੀ ਦੇ ਲਈ। ਤੁਹਾਡੇ ਵੱਲੋਂ ਬਿਆਨ ਵੀ ਦਿੱਤਾ ਗਿਆ ਸੀ ਕਿ ਲੱਖਾ ਸਾਡੇ ਪ੍ਰੋਗਰਾਮਾਂ ਦੇ ਵਿੱਚ ਬੋਲੇਗਾ, ਸਾਡੀ ਸਟੇਜ ਦੇ ਉੱਤੇ ਵੀ ਆਏਗਾ, ਕਿਸੇ ਨੇ ਅਗਰ ਕੋਸ਼ਿਸ਼ ਕਰਨੀ ਹੈ ਉਸ ਨੂੰ ਗ੍ਰਿਫਤਾਰ ਕਰਨ ਦੀ ਤਾਂ ਕਰਕੇ ਦੇਖ ਲਵੇ। ਇਸ ਕਿਸਮ ਦਾ ਬਿਆਨ ਤੁਸੀਂ ਦਿੱਤਾ ਸੀਗਾ ਤੇ ਅੱਜ ਲੱਖਾ ਸਿਧਾਣਾ ਦਿੱਲੀ ਦੇ ਲਈ ਰਵਾਨਾ ਹੋ ਰਿਹਾ। ਜੇ ਤਾਂ ਕੋਈ ਰਸਤੇ 'ਚ ਦਿੱਕਤ ਪੈ ਗਈ ਉਹ ਤਾਂ ਨਹੀਂ ਗੱਲ ਹੈ। ਜੇ ਘੱਟ 'ਚ ਪਹੁੰਚ ਗਿਆ ਇੱਥੇ ਤਾਂ ਕਿਸੇ ਨੂੰ ਗ੍ਰਿਫਤਾਰ ਨਹੀਂ ਕਰਨ ਦੇਵਾਂਗੇ। ਕੋਈ ਰਾਹ 'ਚ ਦਿੱਕਤ ਨਾ ਆ ਜੇ ਜੀ। ਹਾਂ, ਤੇ ਕੱਲ ਜਿਸ ਤਰੀਕੇ ਨਾਲ ਜਾਮ ਐਲਾਨਿਆ ਗਿਆ ਹੈ, ਲੱਖਾ ਆਪਣੇ ਸਮਰਥਕਾਂ ਦੇ ਨਾਲ KMP ਦੇ ਉੱਤੇ ਧਰਨੇ ਦੇ ਉੱਤੇ ਬੈਠੇਗਾ, ਤਾਂ ਅਗਰ ਉੱਥੇ ਕਿਸੇ ਕਿਸਮ ਦੀ ਕਿਉਂਕਿ ਦਿੱਲੀ ਪੁਲਿਸ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ, ਇਨਾਮ ਵੀ ਰੱਖਿਆ ਗਿਆ ਹੈ ਲੱਖੇ ਦੇ ਸਿਰ। ਨਹੀਂ ਉੱਥੇ ਜਦੋਂ ਘੱਟ ਜਾ ਕੇ ਕਿਸੇ ਨੂੰ ਕੁਝ ਨਹੀਂ ਕਹਿਣ ਦਿੰਦੇ, ਫਿਰ ਤਾਂ ਵਿੱਚੇ ਸਾਨੂੰ ਗ੍ਰਿਫਤਾਰ ਕਰ ਲੈ ਸਰਕਾਰ, ਸਾਡੇ ਲਈ ਪਰਚਾ ਦਰਜ ਹੈ। ਫਿਰ ਤਾਂ ਜਿੰਨੇ ਲੀਡਰ ਉੱਤੇ ਹੋਵਾਂਗੇ ਇਹ ਤਾਂ ਸਾਰਿਆਂ ਨੂੰ ਗ੍ਰਿਫਤਾਰ ਕਰੇ, ਇਕੱਲੇ ਨੂੰ ਕਿਉਂ ਕਰੂ ਜੀ। ਹਾਂ ਜੀ, ਤੇ ਕੱਲ ਜਿਸ ਤਰੀਕੇ ਨਾਲ ਅਗਰ ਕੋਈ ਇਸ ਕਿਸਮ ਦੀ ਸਥਿਤੀ ਬਣਦੀ ਹੈ, ਅਗਰ ਪੁਲਿਸ ਦੇ ਵੱਲੋਂ ਇਸ ਕਿਸਮ ਦੀ ਸਥਿਤੀ ਬਣਦੀ ਹੈ, ਤਾਂ ਕੀ ਤੁਹਾਡਾ ਰਵੱਈਆ ਕੀ ਹੋਏਗਾ ਉੱਥੇ? ਸਾਡਾ ਰਵੱਈਆ ਵੀ ਅਸੀਂ ਕਿਸੇ ਨੂੰ ਗ੍ਰਿਫਤਾਰ ਨਹੀਂ ਹੋਣ ਦਿੰਦੇ। ਰਵੱਈਆ ਸਾਡਾ ਕਾਇਮ ਹੈ, ਪੂਰਾ ਤਿਆਰੀ ਹੈ ਸਾਡੀ। ਪਰ ਇੱਕ ਥੋੜੀ ਜਿਹੀ ਅਸੀਂ ਇਹ ਜਿਹੜਾ ਘਰਾਓ ਕਰਨਾ ਸੜਕ ਦਾ ਤਬਦੀਲੀ ਕਰੀ ਹੈ, ਇਹ 8 ਵਜੇ ਤੋਂ ਲੈ ਕੇ ਦਿਨ ਤੇ ਰਾਤ ਆਊ, ਦੂਜੇ ਦਿਨ 8 ਵਜੇ ਤੱਕ ਦਾ। ਸਾਨੂੰ ਥੋੜੀ ਜਿਹੀ ਦਿੱਕਤ ਆ ਗਈ ਸੀ, ਜੇ ਪਹਿਲਾਂ 11 ਵਜੇ ਸੀਗਾ, ਉਹ ਮੈਂ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ, ਉਹ ਕੱਲ ਨੂੰ ਤੜਕੇ 8 ਵਜੇ ਜਾ ਕੇ ਸੜਕ ਘੇਰ ਲੈਣੀ ਹੈ ਤੇ ਦਿਨ ਤੇ ਰਾਤ ਦੂਜੇ ਦਿਨ 8 ਵਜੇ ਛੱਡ ਦੇਣੀ ਹੈ। ਤੇ ਰੁਲਦੂ ਜੀ, ਇਹ ਵੀ ਜਾਣਨਾ ਚਾਹਾਂਗੇ, ਜਿਵੇਂ ਤੁਸੀਂ ਗੱਲ ਕੀਤੀ ਕਿ ਸਵੇਰੇ 8 ਵਜੇ ਤੋਂ ਅਗਲੇ ਦਿਨ 8 ਵਜੇ ਤੱਕ ਜਾਮ ਰਹੇਗਾ, ਤਾਂ ਆਮ ਲੋਕਾਂ ਦੇ ਲਈ ਕੁਝ ਐਲਾਨ ਤੁਹਾਡੇ ਵੱਲੋਂ ਕੀਤੇ ਗਏ ਨੇ? ਅਗਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ, ਕਿਸੇ ਨੂੰ ਕੋਈ ਜ਼ਰੂਰੀ ਕਿਸੇ ਜਗ੍ਹਾ ਦੇ ਉੱਤੇ ਜਾਣਾ ਹੈ, ਕਿ ਉਸ ਦੇ ਲਈ ਕੋਈ ਸੁਵਿਧਾ ਹੋਏਗੀ ਤੁਹਾਡੇ ਵੱਲੋਂ? ਨਹੀਂ, ਇੱਕ ਤਾਂ ਜੇ ਬਰਾਤ ਆਉਂਦੀ ਆ ਉਹਨੂੰ ਲੰਘਾਵਾਂਗੇ, ਇੱਕ ਜੇ ਕੋਈ ਮਰੀਜ਼ ਆਉਂਦਾ ਉਹਨੂੰ ਲੰਘਾਵਾਂਗੇ। ਹੋਰ ਕੰਮ ਤਾਂ ਲੋਕਾਂ ਦੇ ਰਹਿੰਦੇ ਹੁੰਦੇ ਨੇ, ਕੰਮ ਕੁਮ ਦਾ ਕੋਈ ਦਿੱਕਤ ਨਹੀਂ। ਜੀ, ਸ਼ੁਕਰੀਆ ਰੁਲਦੂ ਜੀ ਸਾਡੇ ਨਾਲ ਜੁੜਨ ਦੇ ਲਈ। ਤਾਂ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਸਾਡੇ ਸਹਿਯੋਗੀ ਰੋਹਿਤ ਬੰਸਲ ਦੇ ਨਾਲ, ਜੋ ਮਸਤੂਆਣਾ ਸਾਹਿਬ ਸੰਗਰੂਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਲੱਖਾ ਸਿਧਾਣਾ ਨੇ ਅੱਜ ਮਸਤੂਆਣਾ ਸਾਹਿਬ ਤੋਂ ਦਿੱਲੀ ਦੇ ਲਈ ਕੂਚ ਕਰਨਾ ਹੈ। ਦਿੱਲੀ ਦੇ ਵਿੱਚ KMP ਰੋਡ ਦੇ ਉੱਤੇ ਜਿਹੜਾ ਧਰਨਾ ਲੱਗਣਾ ਹੈ, ਉੱਥੇ ਦੇ ਲਈ ਉਹ ਰਵਾਨਾ ਹੋਣਗੇ। ਤਾਂ ਰੋਹਿਤ, ਕੀ ਜਾਣਕਾਰੀ ਹੈ ਫਿਲਹਾਲ? ਜੀ ਬਿਲਕੁਲ ਅਰਸ਼ੀ, ਜੇਕਰ ਗੱਲ ਕਰੀਏ ਲੱਖੇ ਸਿਧਾਣੇ ਦੀ, ਤਾਂ ਲੱਖਾ ਸਿਧਾਣਾ ਦਾ ਸਾਰੇ ਲੋਕਾਂ ਨੂੰ ਪਤਾ ਹੀ ਹੋਏਗਾ ਕਿ ਕਿਸਾਨੀ ਦੇ ਨਾਲ ਜੁੜਿਆ ਹੋਇਆ ਇੱਕ ਵਿਅਕਤੀ ਆ, ਔਰ ਪਿਛਲੇ ਲੰਮੇ ਸਮੇਂ ਤੋਂ ਨੌਜਵਾਨ ਕਾਫੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੱਖੇ ਸਿਧਾਣੇ ਨਾਲ ਜੁੜੇ ਹੋਏ ਸੀ। 26 ਤਰੀਕ ਤੋਂ ਬਾਅਦ ਇੱਕ ਖੜੋਤ ਜਿਹੜੀ ਅੰਦੋਲਨ ਦੇ ਵਿੱਚ ਆ ਗਈ ਸੀ। ਜਿਹੜੇ ਨੌਜਵਾਨ ਸੀਗੇ, ਲੱਗ ਰਿਹਾ ਸੀ ਕਿ ਉਸ ਤਰੀਕੇ ਨਾਲ ਰਿਸਪੌਂਸ ਨੌਜਵਾਨਾਂ ਦਾ ਉਸ ਅੰਦੋਲਨ ਨੂੰ ਨਹੀਂ ਮਿਲ ਰਿਹਾ ਸੀ। ਤਾਂ ਉਸ ਤੋਂ ਬਾਅਦ ਜਥੇਬੰਦੀਆਂ ਨੇ ਲੱਖੇ ਸਿਧਾਣੇ ਨਾਲ ਇੱਕ ਫੈਸਲਾ ਲਿਆ ਕਿ ਲੱਖੇ ਸਿਧਾਣੇ ਨੂੰ ਮੇਨ ਸਟੇਜ ਤੇ ਬੋਲਣ ਦਾ ਮੌਕਾ ਦਿੱਤਾ ਜਾਏਗਾ, ਪਰ ਲੱਖਾ ਸਿਧਾਣਾ ਜਿਹੜਾ 32 ਕਿਸਾਨ ਯੂਨੀਅਨ ਆ ਉਹਨਾਂ ਦਾ ਮੈਂਬਰ ਨਹੀਂ ਹੋਏਗਾ, ਪਰ ਉਸ ਨੂੰ ਸਟੇਜ ਤੇ ਬੋਲਣ ਦੀ ਆਗਿਆ ਦਿੱਤੀ ਜਾਏਗੀ। 26 ਜਨਵਰੀ ਤੋਂ ਪਹਿਲਾਂ ਦੀ ਜੇਕਰ ਗੱਲ ਕਰੀ ਜਾਵੇ ਤਾਂ ਲੱਖਾ ਸਿਧਾਣਾ, ਦੀਪ ਸਿੱਧੂ ਜਾਂ ਇਸ ਦੇ ਨਾਲ ਜੁੜੇ ਹੋਏ ਕੁਝ ਹੋਰ ਆਗੂ ਸੀ ਜਿਨ੍ਹਾਂ ਨੂੰ ਮੇਨ ਸਟੇਜ ਤੇ ਬੋਲਣ ਦੀ ਪਰਮਿਸ਼ਨ ਨਹੀਂ ਸੀ। ਬੇਸ਼ੱਕ ਲੱਖਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਕਿਸਾਨਾਂ ਦੇ ਮੁੱਦੇ ਜਿਹੜਾ ਚੁੱਕਦਾ ਆ ਰਿਹਾ ਸੀਗਾ, ਪਰ ਹੁਣ ਜਿਸ ਤਰ੍ਹਾਂ ਇਜਾਜ਼ਤ ਦਿੱਤੀ ਗਈ ਆ, ਔਰ ਦੂਜੇ ਪਾਸੇ ਜੇਕਰ ਗੱਲ ਕਰੀਏ ਦਿੱਲੀ ਪੁਲਿਸ ਦੀ, ਤਾਂ ਦਿੱਲੀ ਪੁਲਿਸ ਦੇ ਵਿੱਚ 1 ਲੱਖ ਦਾ ਆਰੋਪੀ ਜਿਹੜਾ 1 ਲੱਖ ਦਾ ਇਨਾਮੀ ਆਰੋਪੀ ਹੈਗਾ ਲੱਖਾ ਸਿਧਾਣਾ, ਔਰ ਦੂਜੇ ਪਾਸੇ ਦਿੱਲੀ ਪੁਲਿਸ ਨੇ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪਰ ਪੰਜਾਬ ਦੇ ਵਿੱਚ ਲੱਖਾ ਸਿਧਾਣਾ ਸਰਗਰਮ ਨਜ਼ਰ ਆ ਰਿਹਾ। ਪਿਛਲੇ ਦਿਨਾਂ ਦੇ ਵਿੱਚ ਲੱਖਾ ਸਿਧਾਣਾ ਵੱਲੋਂ ਮਹਿਰਾਜ, ਇਹ ਵੀ ਜਾਣਨਾ ਚਾਹਾਂਗੇ ਕਿ ਉੱਥੇ ਇਸ ਵੇਲੇ ਕੀ ਸਥਿਤੀ ਹੈ? ਮਸਤੂਆਣਾ ਸਾਹਿਬ ਤੁਸੀਂ ਮੌਜੂਦ ਹੋ, ਉੱਥੇ ਕੀ ਸਥਿਤੀ ਹੈ ਇਸ ਵੇਲੇ? ਕਿੰਨੇ ਵਜੇ ਰਵਾਨਾ ਹੋਣਾ ਹੈ ਤੇ ਕਿੰਨੇ ਕੁ ਲੋਕ ਉੱਥੇ ਜੁੜਦੇ ਨਜ਼ਰ ਆ ਰਹੇ ਨੇ? ਜੀ ਬਿਲਕੁਲ, ਜੇਕਰ ਗੱਲ ਕਰੀਏ ਮਸਤੂਆਣਾ ਸਾਹਿਬ ਦੀ, ਤਾਂ ਮਸਤੂਆਣਾ ਸਾਹਿਬ ਤੋਂ ਕਰੀਬ 12 ਵਜੇ ਦਾ ਟਾਈਮ ਦਿੱਤਾ ਗਿਆ ਸੀ ਕਿ 12 ਵਜੇ ਜਿਹੜੀ ਇਸ ਜਗ੍ਹਾ ਤੋਂ ਰਵਾਨਗੀ ਪਾਈ ਜਾਏਗੀ ਔਰ ਦਿੱਲੀ ਵੱਲ ਨੂੰ ਜਾਇਆ ਜਾਏਗਾ, ਔਰ ਕੱਲ ਜਿਹੜਾ KMP ਮਾਰਗ ਉਸ ਨੂੰ ਜਾਮ ਕੀਤਾ ਜਾਏਗਾ। ਹਾਲੇ ਤੱਕ ਕੁਝ ਗੱਡੀਆਂ ਦਿਖਾਈ ਦੇ ਰਹੀਆਂ ਨੇ, ਹਾਲੇ ਤੱਕ ਲੱਖਾ ਸਿਧਾਣਾ ਬੇਸ਼ੱਕ ਨਹੀਂ ਪਹੁੰਚਿਆ, ਇੰਤਜ਼ਾਰ ਕੀਤਾ ਜਾ ਰਿਹਾ ਸ਼ਾਇਦ
ਹੁਣ ਤੋਂ ਕੁਝ ਦੇਰ ਬਾਅਦ ਲੱਖਾ ਸਿਧਾਣਾ ਇੱਥੇ ਪਹੁੰਚੇਗਾ ਔਰ ਉਸ ਤੋਂ ਬਾਅਦ ਜਿੰਨੀਆਂ ਵੀ ਗੱਡੀਆਂ ਦਾ ਕਾਫਲਾ ਹੈਗਾ ਇੱਥੋਂ ਜਿਹੜਾ ਕਾਫਲਾ ਦਿੱਲੀ ਨੂੰ ਰਵਾਨਾ ਕੀਤਾ ਜਾਏਗਾ। ਮੁੱਖ ਤੌਰ ਤੇ ਵੱਡੀ ਗੱਲ ਇਹ ਹੈ ਕਿ ਪਿਛਲੇ ਦਿਨਾਂ 'ਚ ਜਿਹੜੇ ਇਲਜ਼ਾਮ ਲੱਗ ਰਹੇ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਔਰ ਲੱਖੇ ਸਿਧਾਣੇ ਨੂੰ ਕਾਂਗਰਸ ਦੀ ਸਪੋਰਟ ਮਿਲ ਰਹੀ ਹੈ, ਇਸੇ ਕਰਕੇ ਜਿਹੜੀ ਪੰਜਾਬ ਦੇ ਵਿੱਚ ਉਸ ਦੀ ਗ੍ਰਿਫਤਾਰੀ ਨਹੀਂ ਹੋ ਰਹੀ। ਪਰ ਦੂਜੇ ਪਾਸੇ ਜਿਹੜਾ ਅੱਜ ਰੂਟ ਨੂੰ ਜੇਕਰ ਅਸੀਂ ਦੇਖੀਏ, ਜੇਕਰ ਲੱਖਾ ਸਿਧਾਣਾ ਇਸੇ ਰੂਟ ਦੇ ਨਾਲ ਚੱਲਦਾ ਤਾਂ ਅੱਗੇ ਜਾ ਕੇ ਹਰਿਆਣੇ ਦਾ ਏਰੀਆ ਸ਼ੁਰੂ ਹੋ ਜਾਂਦਾ। ਇੱਥੋਂ 2 ਰੂਟ ਫੋਲੋ ਕੀਤੇ ਜਾ ਸਕਦੇ ਹੈਗੇ। ਪਹਿਲਾ ਰੂਟ ਪਟਿਆਲਾ ਔਰ ਸ਼ੰਭੂ ਬਾਰਡਰ ਦੇ ਜ਼ਰੀਏ ਹੁੰਦੇ ਹੋਏ ਅੰਬਾਲਾ ਪਹੁੰਚਣ ਦਾ ਰੂਟ ਆ, ਤਾਂ ਦੂਜਾ ਰੂਟ ਜੇਕਰ ਅਸੀਂ ਗੱਲ ਕਰੀਏ ਤਾਂ ਦੂਜੇ ਰੂਟ ਦੀ ਗੱਲ ਕਰਦੇ ਆ। ਇੱਥੋਂ ਜਿਹੜਾ ਪਾਤਰਾਂ ਦੇ ਜ਼ਰੀਏ ਜੀਂਦ ਦਾ ਏਰੀਆ ਹੈਗਾ ਉਸ ਏਰੀਏ ਵਿੱਚ ਜਾਣਾ ਜਾਂਦਾ। ਤਾਂ ਪਾਤਰਾਂ ਤੋਂ ਬਾਅਦ ਜਿੱਦਾਂ ਹੀ ਹਰਿਆਣਾ ਸ਼ੁਰੂ ਹੁੰਦਾ ਕਿ ਹਰਿਆਣਾ ਦੇ ਵਿੱਚ ਜਿਹੜੀ ਬੀਜੇਪੀ ਸਰਕਾਰ ਆ ਉਸ ਵੱਲੋਂ ਕੋਈ ਕਾਰਵਾਈ ਕੀਤੀ ਜਾਏਗੀ ਜਾਂ ਨਹੀਂ, ਇਹ ਵੀ ਦੇਖਣਾ ਬੇहद ਅਹਿਮ ਹੈ। ਕੱਲ ਦਾ ਜਿਹੜਾ ਲੱਖਾ ਸਿਧਾਣਾ ਨੇ ਐਲਾਨ ਕੀਤਾ ਕਿ KMP ਨੂੰ ਜਾਮ ਕੀਤਾ ਜਾਏਗਾ, ਤਾਂ KMP ਦਾ ਜਿਹੜਾ ਏਰੀਆ ਹੈਗਾ ਕੁੰਡਲੀ ਮਾਨੇਸਰ ਪਲਵਲ ਮਾਰਗ ਹੈਗਾ ਉਹ ਵੀ ਇੱਕ ਹਰਿਆਣਾ ਦੇ ਏਰੀਏ ਦੇ ਵਿੱਚ ਪੈਂਦਾ। ਤਾਂ ਦੇਖਣਾ ਉਹ ਵੀ ਖਾਸ ਰਹੇਗਾ ਕਿ ਹਰਿਆਣਾ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ ਕੀਤੀ ਜਾਂਦੀ। ਔਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਇਸ ਚੀਜ਼ ਦਾ ਐਲਾਨ ਕਰ ਚੁੱਕੀਆਂ ਨੇ ਕਿ ਜੋ ਵੀ ਵਿਅਕਤੀ ਸਾਡੇ ਅੰਦੋਲਨ ਵਿੱਚ ਆਏਗਾ, ਜੇਕਰ ਲੱਖਾ ਸਾਡੇ ਅੰਦੋਲਨ ਵਿੱਚ ਆ ਕੇ ਬੈਠਦਾ, ਅਸੀਂ ਲੱਖੇ ਨੂੰ ਅੰਦੋਲਨ ਦੇ ਅੰਦਰੋਂ ਗ੍ਰਿਫਤਾਰ ਨਹੀਂ ਹੋਣ ਦੇਵਾਂਗੇ। ਸੋ ਇੱਕ ਤਰੀਕੇ ਨਾਲ ਲਾਅ ਐਂਡ ਆਰਡਰ ਨੂੰ ਕਿਸ ਤਰ੍ਹਾਂ ਫੋਲੋ ਕੀਤਾ ਜਾਂਦਾ ਔਰ ਕੀ ਲਾਅ ਐਂਡ ਆਰਡਰ ਨੂੰ ਫੋਲੋ ਕੀਤਾ ਜਾਏਗਾ, ਇਹ ਵੱਡੇ ਸਵਾਲ ਨੇ ਜਿਹੜੇ ਖੜੇ ਕਰਦੇ ਨੇ। ਔਰ 12 ਵਜੇ ਦੇ ਕਰੀਬ ਲੱਖੇ ਸਿਧਾਣੇ ਵੱਲੋਂ ਸਮਾਂ ਦਿੱਤਾ ਗਿਆ ਸੀ ਕਿ 12 ਵਜੇ ਮੈਂ ਮਸਤੂਆਣਾ ਸਾਹਿਬ ਪਹੁੰਚਾਂਗਾ ਔਰ ਉਸ ਤੋਂ ਬਾਅਦ ਜਿਹੜਾ ਦਿੱਲੀ ਵੱਲ ਨੂੰ ਰਵਾਨਗੀ ਪਾਈ ਜਾਏਗੀ। ਹੁਣ ਤੋਂ ਕੁਝ ਦੇਰ ਬਾਅਦ ਜਿਹੜੀ ਸਥਿਤੀ ਹੈ ਉਹ ਸਾਫ਼ ਹੋ ਜਾਏਗੀ ਕਿ ਕੀ ਲੱਖਾ ਸਿਧਾਣਾ 12 ਵਜੇ ਤੱਕ ਇੱਥੇ ਪਹੁੰਚਦੇ ਨੇ ਜਾਂ ਉਹਨਾਂ ਦੇ ਸਮਰਥਕਾਂ ਵੱਲੋਂ ਹੀ ਇੱਥੋਂ ਜਿਹੜੀ ਰੈਲੀ ਔਰ ਰਵਾਨਗੀ ਪਾਈ ਜਾਂਦੀ ਹੈ। ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ। ਹੁਣ ਤੋਂ ਕੁਝ ਘੰਟਿਆਂ ਬਾਅਦ ਜਾਂ ਮਿੰਟਾਂ ਬਾਅਦ ਅਸੀਂ ਕਹਿ ਸਕਦੇ ਕਿ ਸਥਿਤੀ ਸਪਸ਼ਟ ਹੋ ਜਾਏਗੀ ਕਿ ਲੱਖਾ ਸਿਧਾਣਾ ਮਸਤੂਆਣਾ ਸਾਹਿਬ ਆ ਰਿਹਾ ਨਹੀਂ ਆ ਰਿਹਾ। ਪਰ ਜੇਕਰ ਗੱਡੀਆਂ ਦੀ ਗੱਲ ਕਰੀਏ ਤਾਂ ਜਿਹੜੀ ਨੌਜਵਾਨਾਂ ਦੀਆਂ ਗੱਡੀਆਂ ਨੇ ਜਾਂ ਲੋਕਾਂ ਦੀਆਂ ਗੱਡੀਆਂ ਨੇ ਉਹ ਇੱਥੇ ਆਉਣੀਆਂ ਜ਼ਰੂਰ ਸ਼ੁਰੂ ਹੋ ਗਈਆਂ ਨੇ। ਔਰ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਜਿਹੜੀਆਂ ਗੱਡੀਆਂ ਉੱਥੇ ਪਹੁੰਚ ਰਹੀਆਂ ਨੇ ਜਾਂ ਹੋ ਸਕਦਾ ਕੋਈ ਇਨਡਾਇਰੈਕਟਲੀ ਕੋਈ ਪਲਾਨ ਤਿਆਰ ਕੀਤਾ ਹੋਵੇ ਕਿ ਇੱਕਦਮ ਜਿਹੜੀਆਂ ਗੱਡੀਆਂ ਇੱਥੇ ਲਿਆਂਦੀਆਂ ਜਾਣ। ਕੁਝ ਗੱਡੀਆਂ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਗਈਆਂ ਹੋਈਆਂ ਨੇ ਜਿਨ੍ਹਾਂ ਦੇ ਉੱਤੇ ਰੋਸ ਦੇ ਜਿਹੜੇ ਝੰਡੇ ਆ ਉਹ ਲੱਗੇ ਹੋਏ ਨੇ, ਕਿਸਾਨੀ ਦੇ ਝੰਡੇ ਲੱਗੇ ਹੋਏ ਨੇ। ਸੋ ਹੁਣ ਤੋਂ ਕੁਝ ਦੇਰ ਬਾਅਦ ਜਿੱਦਾਂ ਹੀ 12 ਵਜਦੇ ਨੇ ਤਾਂ ਉਸ ਤੋਂ ਬਾਅਦ ਸਥਿਤੀ ਸਪਸ਼ਟ ਹੋਏਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੱਖਾ ਸਿਧਾਣਾ ਇੱਥੋਂ ਰਵਾਨਗੀ ਪਾਏਗਾ ਜਾਂ ਲੱਖਾ ਸਿਧਾਣਾ ਸਿੱਧਾ ਦਿੱਲੀ ਪਹੁੰਚੇਗਾ, ਇੱਥੋਂ ਕੇਵਲ ਆਪਣੇ ਸਾਥੀਆਂ ਨੂੰ ਰਵਾਨਾ ਕਰੇਗਾ। ਇਹ ਜਿਹੜੇ ਸਵਾਲ ਨੇ ਉਹ ਹਾਲੇ ਤੱਕ ਉਲਝੇ ਹੋਏ ਨੇ ਜਿਨ੍ਹਾਂ ਦਾ ਜਵਾਬ ਕੁਝ ਦੇਰ ਬਾਅਦ ਮਿਲੇਗਾ ਕਿ ਜਦੋਂ ਹੀ ਲੱਖਾ ਹਰਿਆਣਾ ਦੇ ਵਿੱਚ ਸ਼ੁਕਰੀਆ ਇਸ तमाम ਜਾਣਕਾਰੀ ਦੇ ਲਈ। ਤਾਂ 12 ਵਜੇ ਦੇ ਕਰੀਬ ਸਥਿਤੀ ਸਪਸ਼ਟ ਹੋਏਗੀ ਕਿ ਲੱਖਾ ਸਿਧਾਣਾ ਗੁਰਦੁਆਰਾ ਸਾਹਿਬ ਮਸਤੂਆਣਾ ਸਾਹਿਬ ਪਹੁੰਚਦਾ ਹੈ ਜਾਂ ਉਸਦੇ ਸਮਰਥਕ ਸਿੱਧਾ ਉੱਥੋਂ ਚਾਲੇ ਪਾ ਦਿੰਦੇ ਨੇ। ਲੇਕਿਨ ਤਕਰੀਬਨ 12 ਵਜੇ ਦਾ ਐਲਾਨ ਹੈ ਜਿਹੜਾ ਉਹ ਕੀਤਾ ਹੋਇਆ। ਤਾਂ ਪੰਜਾਬ 'ਚ ਭਖੇ ਸਿਆਸੀ ਮਾਹੌਲ ਵਿਚਾਲੇ ਕਾਂਗਰਸੀ ਸੰਸਦ ਰਵਨੀਤ ਬਿੱਟੂ ਦਾ ਨਵਾਂ ਬਿਆਨ ਸਾਹਮਣੇ ਆਇਆ। ਕਿਸਾਨ ਆਗੂਆਂ ਨੂੰ ਫੇਰ ਇੱਕ ਵਾਰ ਨਿਸ਼ਾਨੇ ਤੇ ਲਿਆ। ਬਿੱਟੂ ਨੇ ਕਿਹਾ ਕਿ ਕਿਸਾਨ ਨੇਤਾ ਇਹ ਸਪਸ਼ਟ ਕਰਨ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ ਜਾਂ ਨਹੀਂ। ਤਾਂ ਇੱਕ ਵਾਰ ਫੇਰ ਕਿਸਾਨ ਆਗੂਆਂ ਨੂੰ ਰਵਨੀਤ ਬਿੱਟੂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਟੀਮ ਕੋਈ ਭੇਜ ਦਿੰਦੇ ਅਸੀਂ ਭੇਜ ਦਿੰਦੇ ਜਿਹੜਾ ਠੰਡਾ ਰੱਖੇ ਸਿਰ ਤੇ ਉਹ ਠੰਡੇ ਰਹਿ ਕੇ ਮੀਟਿੰਗਾਂ ਕਰੋ, ਗੁੱਸੇ ਜਾ ਕੇ ਮੀਟਿੰਗਾਂ ਕਰਨ 'ਚ ਨੁਕਸਾਨ ਹੁੰਦਾ ਬੜਾ। ਇਹੋ ਜਿਹੀਆਂ ਮੈਂ ਸਲਾਹਾਂ ਜਿਹੜੀਆਂ ਛੋਟੀਆਂ ਮੋਟੀਆਂ ਜਿੰਨਾ ਕੁ ਜੁੜਨਾ ਹੈ ਮੈਂ ਉਹ ਦਿੰਦਾ ਰਹਿਣਾ। ਮੇਰਾ ਵੀ ਗੁੱਸਾ ਨਾ ਕਰਿਆ ਕਰੋ। ਮੈਂ ਵੀ ਤੁਹਾਡੇ ਨਾਲ ਇਸ ਦੁੱਖ 'ਚ ਮੈਂ ਕੋਈ ਅਲੱਗ ਨਹੀਂ ਗਾ। ਅਸੀਂ ਵੀ ਚਾਹੁੰਦੇ ਹਾਂ ਵੀ ਇਸ ਗੱਲ 'ਚ ਕੋਈ ਹੱਲ ਨਿਕਲੇ ਤੇ ਸਾਡੇ ਕਿਸਾਨ, ਸਾਡੇ ਗਰੀਬ ਮਜ਼ਦੂਰ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਮਿਹਨਤਾਂ ਦੇ ਨਾਲ ਨਿਕਲ ਗਈ, ਕਿਸੇ ਦੇ 2 ਕਿੱਲੇ 5 ਕਿੱਲੇ, ਉਹਨਾਂ ਨੇ ਆ ਸਿਆਸੀ ਲੜਾਈਆਂ ਤੋਂ ਕੀ ਲੈਣਾ। ਅੱਗੇ ਵਧਦੇ ਹਾਂ। ਕਿਸਾਨਾਂ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ। ਕਿਸਾਨਾਂ ਦੇ ਵੱਲੋਂ ਹੁਣ ਦਿੱਲੀ ਦੇ ਵਿੱਚ ਧਰਨਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੰਤਰ ਮੰਤਰ ਤੇ ਧਰਨਾ ਦੇਣ ਦੀ ਇਜਾਜ਼ਤ ਕਿਸਾਨਾਂ ਦੇ ਵੱਲੋਂ ਮੰਗੀ ਗਈ ਹੈ। ਕਿਸਾਨ ਮਹਾਸਭਾ ਦੇ ਰਾਮਪਾਲ ਜਾਟ ਨੇ ਇਜਾਜ਼ਤ ਮੰਗੀ ਹੈ ਜੰਤਰ ਮੰਤਰ ਦੇ ਅੰਦਰ ਧਰਨਾ ਦੇਣ ਦੀ। ਨਵੀਂ ਦਿੱਲੀ ਡੀਸੀਪੀ ਦਫ਼ਤਰ 'ਚ ਇਜਾਜ਼ਤ ਲੈਣ ਲਈ ਅਰਜ਼ੀ ਦਿੱਤੀ ਗਈ ਹੈ। 13 ਅਪ੍ਰੈਲ ਤੋਂ ਜੰਤਰ ਮੰਤਰ ਤੇ ਧਰਨਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। 4.5 ਮਹੀਨੇ ਤੋਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਹੋਏ ਨੇ। ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਵੀ ਇਹਨਾਂ ਵੱਲੋਂ ਦੁਹਰਾਈ ਗਈ ਹੈ। ਤਾਂ ਦੱਸ ਦਈਏ ਕਿ ਜੰਤਰ ਮੰਤਰ ਤੇ ਹੁਣ ਧਰਨਾ ਦੇਣ ਦੀ ਇਜਾਜ਼ਤ किसानों के वल्लों मंगी गई है। मंतर पर 13 अप्रैल से अनिश्चितकालीन धरना आयोजित करने का कार्यक्रम घोषित किया है। उसके संबंध में पहले ही हमने ऑनलाइन एप्लीकेशन भेजी डीसीपी
न्यू दिल्ली को। उसी के अनुसार आज हम यहाँ आए हैं और आज हमारी यहाँ जो ACP है उनसे मीटिंग हुई है। सारा इनकी फॉर्मेलिटीज़ पूरी की है, इनका जो बॉन्ड था वो लिख कर दिया है। ये सारी कार्यवाही हमने की है। हम आशा करते हैं कि ये हमें 13 तारीख सर अप्रैल से यहाँ धरना आयोजित करने की परमिशन देंगे। ਅੱਗੇ ਵਧਦੇ ਹਾਂ। ਫਿਰੋਜ਼ਪੁਰ ਦੇ ਮੁੱਦਕੀ ਦਾ ਸਿਵਲ ਹਸਪਤਾਲ ਸਵਾਲਾਂ ਦੇ ਘੇਰੇ ਦੇ ਵਿੱਚ ਹੈ। 26 ਕੋਰੋਨਾ ਪੋਜ਼ਿਟਿਵ ਨੌਜਵਾਨਾਂ ਦੀ ਰਿਪੋਰਟ ਨੈਗੇਟਿਵ ਦਿੱਤੀ ਗਈ ਹੈ। ਫੌਜ 'ਚ ਭਰਤੀ ਲਈ ਸ਼ਾਮਲ ਹੋਣ ਲਈ ਇਹ ਟੈਸਟ ਕਰਵਾਇਆ ਗਿਆ ਸੀ। ਕਈ ਨੌਜਵਾਨ ਭਰਤੀ ਪ੍ਰਕਿਰਿਆ 'ਚ ਸ਼ਾਮਲ ਵੀ ਹੋਏ। ਫਰੀਦਕੋਟ ਮੈਡੀਕਲ ਕਾਲਜ ਨੇ ਪੋਜ਼ਿਟਿਵ ਰਿਪੋਰਟ ਦਿੱਤੀ। ਉਸ ਤੋਂ ਬਾਅਦ ਫਰੀਦਕੋਟ ਮੈਡੀਕਲ ਕਾਲਜ ਨੇ ਪੋਜ਼ਿਟਿਵ ਰਿਪੋਰਟ ਦਿੱਤੀ। ਸਿਹਤ ਵਿਭਾਗ ਨੇ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ। 26 ਕੋਰੋਨਾ ਪੋਜ਼ਿਟਿਵ ਨੌਜਵਾਨਾਂ ਦੀ ਪਹਿਲਾਂ ਮੁੱਦਕੀ ਦੇ ਵਿੱਚ ਨੈਗੇਟਿਵ ਰਿਪੋਰਟ ਇੱਕ ਹਸਪਤਾਲ ਦੇ ਵੱਲੋਂ ਦਿੱਤੀ ਗਈ, ਜਿਸ ਤੋਂ ਬਾਅਦ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਜਦ ਉਹਨਾਂ ਦਾ ਟੈਸਟ ਹੋਇਆ ਤਾਂ ਰਿਪੋਰਟ ਪੋਜ਼ਿਟਿਵ ਆਈ। ਸਿਹਤ ਵਿਭਾਗ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ। ਇਹ ਸੁਣਨ ਚ ਆਇਆ ਕਿ ਕਿਸੇ ਏਜੰਟ ਨਾਲ ਮਿਲੀ ਭਗਤ ਕਰਕੇ ਵੀ ਇਸ ਤਰ੍ਹਾਂ ਕੰਮ ਹੋਇਆ ਕੋਈ। ਸੌਰੀ, ਮੈਂ ਨਹੀਂ ਕਹਿ ਸਕਦੀ ਕਿਉਂਕਿ ਮੇਰੇ ਕੋਲ ਕੋਈ ਏਜੰਟ ਐਸ ਸੱਚ ਆਇਆ ਨਹੀਂ। ਜੇ ਆਇਆ ਵੀ ਹੋਏ ਤਾਂ ਮੈਂ ਨਹੀਂ ਪਛਾਣਦੀ, ਬਿਕੋਜ਼ ਮੈਂ ਸਿਵਲੀਅਨਸ ਨੂੰ ਨਹੀਂ। ਮੇਰੇ ਕੋਲ ਤਾਂ ਆਪਣਾ ਸਟਾਫ, ਕੰਪਿਊਟਰ ਆਪਰੇਟਰ, ਲੈਬ ਟੈਕਨੀਸ਼ੀਅਨ ਤੇ 2 ਮੈਡੀਕਲ ਆਫਿਸਰਸ ਮੇਰੇ ਡਿਊਟੀ ਤੇ ਸੀ ਉਸ ਟਾਈਮ ਤੇ। ਇਸ ਤੋਂ ਇਲਾਵਾ ਆਊਟਸਾਈਡਰਸ ਅਸੀਂ ਅਲਾਉ ਨਹੀਂ ਕੀਤੇ ਸੀ। 4-4 ਦੇ ਗਰੁੱਪ ਅਸੀਂ ਅੰਦਰ ਬੁਲਾ ਰਹੇ ਸੀ। ਕਾਫੀ ਸਿਸਟਮੈਟਿਕ ਕੰਮ ਕੀਤਾ ਸੀ। ਪਰ ਡਿਸਪਾਈਟ ਆਫ ਦਿਸ ਕਿ ਬੱਚੇ ਆਪ ਲਿਖ ਕੇ ਲੈ ਆਏ ਰਿਪੋਰਟਸ, ਉਹ ਅਸੀਂ ਨਹੀਂ ਕੁਝ ਕਰ ਸਕਦੇ। ਅਸੀਂ ਕਿਆ ਦੂਸਰੇ ਕੰਪਿਊਟਰ ਆਪਰੇਟਰ ਨੇ ਵੈਰੀਫਾਈ ਕਰਤੀਆਂ, ਇਸ ਨੂੰ ਦੇਖਦੇ ਅਸੀਂ ਡਾਕਟਰ ਦੇ ਸਾਈਨ ਕਰਵਾਤੇ। ਇਹ ਮੁਦਕੀ ਤੋਂ ਕਿਹੜੇ ਡਾਕਟਰ ਸੀ ਜਿਨ੍ਹਾਂ ਦੇ ਸਾਈਨ ਕੀਤੇ? ਮੁਦਕੀ ਸੀ ਡਾਕਟਰ ਨੇਹਾ ਤੇ 2 ਡਾਕਟਰ ਮੇਰੇ ਕੋਲ ਸੀ, ਡਾਕਟਰ ਰਿਤੇਸ਼ ਤੇ ਡਾਕਟਰ ਸਬਰੀਨ। ਇਹ 3 ਜਣੇ ਕਰ ਰਹੇ ਸੀ। ਤਾਂ ਇਸ ਖਬਰ ਦੇ ਹੋਰ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਫਿਰੋਜ਼ਪੁਰ ਤੋਂ ਮਨਦੀਪ ਕੁਮਾਰ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ। ਮਨਦੀਪ, ਕੀ ਹੈ ਪੂਰਾ ਮਾਮਲਾ? ਜੀ ਬਿਲਕੁਲ, ਇਹ ਦੱਸਣਾ ਚਾਹੂੰਗਾ ਕਿ ਫਿਰੋਜ਼ਪੁਰ ਦੇ ਵਿੱਚ ਆਰਮੀ ਦੇ ਵਿੱਚ ਨੌਜਵਾਨਾਂ ਦੀ ਭਰਤੀ ਦੇ ਲਈ ਭਰਤੀ ਸ਼ੁਰੂ ਹੋਈ ਹੈ ਔਰ ਉਸ ਤੋਂ ਪਹਿਲਾਂ ਭਰਤੀ ਦੇ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਕਰੋਨਾ ਰਿਪੋਰਟ ਜਿਹੜੀ ਹੈ ਉਹ ਨਾਲ ਲੈ ਕੇ ਆਉਣੀ ਹੁੰਦੀ ਹੈ। ਔਰ ਜਿਹੜਾ ਮੁਦਕੀ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਕਿ 26 ਨੌਜਵਾਨਾਂ ਦੀ ਜਿਹੜੀ ਰਿਪੋਰਟ ਉਹਨਾਂ ਦੀ ਪੋਜ਼ਿਟਿਵ ਸੀ, ਮਗਰ ਉਹਨਾਂ ਦੀ ਰਿਪੋਰਟ ਜਿਹੜੀ ਹੈ ਨੈਗੇਟਿਵ ਦੇ ਕੇ ਉਹ ਉਸ ਟ੍ਰਾਇਲ ਬੇਸ ਸੀਗੇ। ਪਰ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਦੁਬਾਰਾ ਜਿਹੜੀ ਹੈ ਟੈਸਟ ਰਿਪੋਰਟ ਕਰਾਈ ਗਈ ਤੇ ਉਹ ਸਾਰੇ ਪੋਜ਼ਿਟਿਵ ਸਾਹਮਣੇ ਆਏ। ਇੱਥੇ ਇੱਕ ਵੱਡੀ ਲਾਪਰਵਾਹੀ ਜਿਹੜੀ ਹੈ ਕਿਤੇ ਨਾ ਕਿਤੇ ਸੰਬੰਧਿਤ ਅਧਿਕਾਰੀਆਂ ਦੀ ਨਾਲ ਮਿਲੀ ਭੁਗਤ ਦੇ ਨਾਲ ਜਾਂ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਦੇ ਨਾਲ ਸਿਹਤ ਵਿਭਾਗ ਤੇ ਕਈ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਖੜੇ ਹੋ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਰਿਪੋਰਟ ਤਿਆਰ ਕੀਤੀ ਔਰ ਪੋਜ਼ਿਟਿਵ ਨੂੰ ਕਿਸ ਤਰ੍ਹਾਂ ਨੈਗੇਟਿਵ ਕੀਤਾ ਜਾ ਰਿਹਾ। ਕਿਉਂਕਿ ਪਹਿਲਾਂ ਵੀ ਕਈ ਤਰ੍ਹਾਂ ਦੇ ਫਿਰੋਜ਼ਪੁਰ ਜਿਹੜਾ ਸਿਹਤ ਵਿਭਾਗ ਹੈ ਉਹਦੇ ਤੇ ਕਈ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਖੜੇ ਹੋਏ ਆ, ਮਗਰ ਇੱਕ ਵਾਰ ਫਿਰ ਜਿਹੜਾ ਸ਼ੁਕਰੀਆ ਮਨਦੀਪ ਇਸ तमाम ਜਾਣਕਾਰੀ ਦੇ ਲਈ। ਤਾਂ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਦੀ ਸਿਹਤ ਵਿਭਾਗ ਦੇ ਵੱਲੋਂ ਜਾਂਚ ਜਾਰੀ ਹੈ।